ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਸੰਦੀਪ ਖੋਖਰ ਲਰਨਿੰਗਸ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਨਿਊ ਲੈਕਚਰ ਦੇ ਵਿੱਚ ਆਪਾਂ ਇੰਡੀਅਨ ਫਾਈਨੈਂਸ਼ੀਅਲ ਮਾਰਕੀਟ ਬਾਰੇ ਡਿਸਕਸ ਕਰਾਂਗੇ। ਸੋ ਇੰਡੀਅਨ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਆਪਾਂ ਜੋ ਵੇਰੀਅਸ ਟਾਈਪ ਦੀਆਂ ਮਾਰਕੀਟਸ ਪਾਈਆਂ ਜਾਂਦੀਆਂ ਲਾਈਕ ਮਨੀ ਮਾਰਕੀਟ ਹੋਈ, ਕੈਪੀਟਲ ਮਾਰਕੀਟ ਹੋਗੀ, ਇਹਨਾਂ ਸਭ ਬਾਰੇ ਡਿਸਕਸ ਕਰਾਂਗੇ। ਸੋ ਫਸਟ ਆਫ ਆਲ ਤਾਂ ਦੇਖੋ ਆਪਾਂ ਇਹ ਦੇਖਦੇ ਹਾਂ ਕਿ ਫਾਈਨੈਂਸ਼ੀਅਲ ਮਾਰਕੀਟ ਕੀ ਹੁੰਦੀ ਹੈ। ਦੇਖੋ ਇਸੀ ਬਾਰੇ ਆਪਾਂ ਨੂੰ ਪਤਾ ਕਿ ਇਕਨੋਮੀ ਨੂੰ ਆਪਣੀ ਫੰਕਸ਼ਨਿੰਗ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਇਕਨੋਮੀ ਵਿੱਚ ਬਹੁਤ ਸਾਰੇ ਪਲੇਅਰਸ ਹੁੰਦੇ ਆ, ਲਾਈਕ ਗਵਰਨਮੈਂਟ ਹੁੰਦੀ ਹੈ। ਦੇਖੋ ਗਵਰਨਮੈਂਟ ਦੇ ਅੰਡਰ ਵੀ ਦੇਖੋ ਸੈਂਟਰਲ ਗਵਰਨਮੈਂਟ ਆ ਜਾਂਦੀ ਹੈ, ਸਟੇਟ ਗਵਰਨਮੈਂਟ ਆ ਜਾਂਦੀ ਹੈ, ਲੋਕਲ ਗਵਰਨਮੈਂਟ ਆ ਜਾਂਦੀ ਹੈ। ਇਸ ਤੋਂ ਇਲਾਵਾ ਵੇਰੀਅਸ ਟਾਈਪ ਦੇ ਬੈਂਕਸ ਹੁੰਦੇ ਆ, ਲਾਈਕ ਕਮਰਸ਼ੀਅਲ ਬੈਂਕਸ ਹੋ ਗਏ ਐਂਡ ਸ਼ਡਿਊਲਡ ਬੈਂਕਸ ਆ ਜਾਂਦੇ ਆ, ਕੋਆਪਰੇਟਿਵ ਬੈਂਕਸ ਆ ਜਾਂਦੇ ਆ, ਸਮਾਲ ਫਾਈਨੈਂਸ ਬੈਂਕ, ਪੇਮੈਂਟਸ ਬੈਂਕ ਐਂਡ ਪ੍ਰਾਈਵੇਟ ਕੰਪਨੀਜ਼ ਆ ਜਾਂਦੇ, ਦੇਖੋ ਪਬਲਿਕ ਸੈਕਟਰ ਅੰਡਰਟੇਕਿੰਗਸ ਆ ਜਾਂਦੀਆਂ, ਨੋਨ ਬੈਂਕਿੰਗ ਫਾਈਨੈਂਸ ਕੰਪਨੀਜ਼ ਆ ਜਾਂਦੀਆਂ। ਇਹਨਾਂ ਸਾਰਿਆਂ ਨੂੰ ਆਪਣੀਆਂ ਜ਼ਰੂਰਤਾਂ ਦੇ ਲਈ ਪੈਸੇ ਦੀ ਲੋੜ ਹੁੰਦੀ ਹੈ। ਐਂਡ ਜਿਹੜਾ ਉਹ ਪੈਸੇ ਦੇਖੋ ਉਹਨਾਂ ਨੂੰ ਉਹ ਥੋੜੇ ਸਮੇਂ ਦੇ ਲਈ ਚਾਹੀਦਾ ਹੁੰਦਾ ਜਾਂ ਲੌਂਗ ਟਰਮ ਦੇ ਲਈ ਚਾਹੀਦਾ ਹੁੰਦਾ। ਥੋੜਾ ਸਮਾਂ ਦੇਖੋ ਇਕਨੋਮੀ ਦੇ ਵਿੱਚ ਹੁੰਦਾ 1 ਸਾਲ ਦੇ ਲਈ, ਐਂਡ ਜਦੋਂ ਆਪਾਂ ਲੌਂਗ ਟਰਮ ਦੀ ਗੱਲ ਕਰਦੇ ਹਾਂ ਤਾਂ ਉਹਦਾ ਮੀਨਿੰਗ ਹੁੰਦਾ ਜਦੋਂ ਆਪਾਂ ਨੂੰ 1 ਸਾਲ ਤੋਂ ਜ਼ਿਆਦਾ ਸਮੇਂ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ। ਸੋ ਜਿਹੜੀ ਮਾਰਕੀਟ ਸ਼ਾਰਟ ਟਰਮ ਲੋੜਾਂ ਦੇ ਲਈ ਪੈਸਾ ਪ੍ਰੋਵਾਈਡ ਕਰਾਉਂਦੀ, ਦੈਟ ਮਾਰਕੀਟ ਇਜ਼ ਕਾਲਡ ਮਨੀ ਮਾਰਕੀਟ। ਐਂਡ ਜਿਹੜੀ ਮਾਰਕੀਟ ਆਪਾਂ ਨੂੰ ਲੰਬੇ ਸਮੇਂ ਦੇ ਲਈ, ਇਟ ਮੀਨਸ ਕਿ 1 ਸਾਲ ਤੋਂ ਜ਼ਿਆਦਾ ਟਾਈਮ ਦੇ ਲਈ ਪੈਸੇ ਦੀ ਜਿਹੜੀ ਅਵੇਲੇਬਿਲਿਟੀ ਉਹ ਕਰਵਾਉਂਦੀ ਹੈ, ਦੈਟ ਮਾਰਕੀਟ ਇਜ਼ ਕਾਲਡ ਕੈਪੀਟਲ ਮਾਰਕੀਟ। ਦੇਖੋ ਇੰਡੀਆ ਦੇ ਵਿੱਚ ਜਿਹੜੀਆਂ ਮਾਰਕੀਟਸ ਹੈਗੀਆਂ ਉਹ ਦੋ ਐਂਟੀਟੀਜ਼ ਆ, ਉਹਨਾਂ ਤੋਂ ਰੈਗੂਲੇਟ ਕੀਤੀਆਂ ਜਾਂਦੀਆਂ, ਰਿਜ਼ਰਵ ਬੈਂਕ ਆਫ ਇੰਡੀਆ ਐਂਡ ਸਟਾਕ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਇਸ ਤੋਂ ਇਲਾਵਾ ਗਵਰਨਮੈਂਟ ਆਫ ਇੰਡੀਆ ਜਿਹੜੀ ਰੈਗੂਲੇਸ਼ਨਸ ਆ ਉਹ ਵੀ ਐਪਲੀਕੇਬਲ ਹੁੰਦੀਆਂ। ਤੁਸੀਂ ਅਖਬਾਰਾਂ ਦੇ ਵਿੱਚ ਜਾਂ ਜਦੋਂ ਵੀ ਤੁਸੀਂ ਇਕਨੋਮੀ ਦੇ ਸਟਾਰਟ ਪੋਰਸ਼ਨ ਨੂੰ ਪੜ੍ਹਿਆ ਹੋਊਗਾ ਤਾਂ ਤੁਸੀਂ ਸਿਕਿਉਰਿਟੀ ਵਰਡ ਨੂੰ ਜ਼ਰੂਰ ਰੀਡ ਕੀਤਾ ਹੋਣਾ। ਦੇਖੋ ਸਿਕਿਉਰਿਟੀ ਦਾ ਮੀਨਿੰਗ ਕੀ ਹੁੰਦਾ? ਸਿਕਿਉਰਿਟੀ ਇੱਕ ਮੋਨੇਟਰੀ ਟ੍ਰੇਡੇਬਲ ਇੰਸਟਰੂਮੈਂਟ ਹੁੰਦਾ। ਮੋਨੇਟਰੀ ਦਾ ਮੀਨਿੰਗ ਕੀ ਹੁੰਦਾ? ਉਹ ਚੀਜ਼ ਜਿਹੜੀ ਪੈਸੇ ਨਾਲ ਸੰਬੰਧਿਤ ਹੁੰਦੀ ਹੈ। ਐਂਡ ਟ੍ਰੇਡੇਬਲ ਇੰਸਟਰੂਮੈਂਟ ਉਹ ਹੁੰਦਾ, ਇਟ ਮੀਨਸ ਕਿ ਜੇਕਰ ਮੈਂ ਕੋਈ ਸਪੋਜ਼ ਕਰੋ ਕੋਈ ਵੀ ਚੀਜ਼ ਖਰੀਦੀ ਤਾਂ ਉਸ ਨੂੰ ਮੈਂ ਗਾਹਾਂ ਅੱਗੇ ਵੇਚ ਸਕਦਾ, ਐਂਡ ਜਿਹਨੂੰ ਮੈਂ ਅੱਗੇ ਵੇਚੀ ਉਹ ਪਰਸਨ ਉਸ ਤੋਂ ਵੀ ਅੱਗੇ ਕਿਸੇ ਨੂੰ ਵੇਚ ਸਕਦਾ। ਇਟ ਮੀਨਸ ਕਿ ਸਿਕਿਉਰਿਟੀ ਵਰਡ ਦੀ ਵਰਤੋਂ ਇਕਨੋਮੀ ਦੇ ਵਿੱਚ ਇੱਕ ਮੋਨੇਟਰੀ ਇੰਸਟਰੂਮੈਂਟ ਨੂੰ ਡਿਨੋਟ ਕਰਨ ਦੇ ਲਈ ਕੀਤੀ ਜਾਂਦੀ ਹੈ। ਜਦੋਂ ਆਪਾਂ ਸਿਕਿਉਰਿਟੀਜ਼ ਦੀ ਗੱਲ ਕਰ ਰਹੇ, ਦੇਖੋ ਇਹ ਦੋ ਟਾਈਪ ਦੀਆਂ ਹੁੰਦੀਆਂ, ਪ੍ਰਾਈਵੇਟ ਸਿਕਿਉਰਿਟੀਜ਼ ਐਂਡ ਗਵਰਨਮੈਂਟ ਸਿਕਿਉਰਿਟੀਜ਼। ਪ੍ਰਾਈਵੇਟ ਸਿਕਿਉਰਿਟੀਜ਼ ਉਹ ਹੁੰਦੀਆਂ ਜਿਹੜੀਆਂ ਪ੍ਰਾਈਵੇਟ ਸੈਕਟਰ ਵੱਲੋਂ ਇਸ਼ੂ ਕੀਤੀਆਂ ਜਾਂਦੀਆਂ, ਐਂਡ ਗਵਰਨਮੈਂਟ ਸਿਕਿਉਰਿਟੀਜ਼ ਜਿਹਨੂੰ ਕਿ ਆਪਾਂ G-SEC ਦੇ ਨਾਮ ਨਾਲ ਜਾਣਦੇ ਹਾਂ, ਇਹ ਸੈਂਟਰਲ ਔਰ ਸਟੇਟ ਗਵਰਨਮੈਂਟ ਦੁਆਰਾ ਇਸ਼ੂ ਕੀਤੀਆਂ ਜਾਂਦੀਆਂ। ਜਦੋਂ ਇਹਨਾਂ ਨੂੰ ਆਪਾਂ ਅੱਗੇ ਦੇਖੋ ਕੈਟਾਗਰਾਈਜ਼ ਕਰਦੇ ਹਾਂ ਤਾਂ ਸ਼ਾਰਟ ਟਰਮ ਤੇ ਲੌਂਗ ਟਰਮ ਦੋ ਟਾਈਪ ਦੀਆਂ ਹੁੰਦੀਆਂ। ਸ਼ਾਰਟ ਟਰਮ ਸਿਕਿਉਰਿਟੀਜ਼ ਦੇ ਵਿੱਚ ਦੇਖੋ ਟ੍ਰੈਜਰੀ ਬਿੱਲ ਆ ਜਾਂਦੇ ਆ, ਜਾਂ ਹੋਰ ਵੀ ਅਦਰ ਟਾਈਪ ਦੇ ਲਈ ਕਮਰਸ਼ੀਅਲ ਪੇਪਰ ਆ ਜਾਂਦੇ ਆ, ਔਰ ਸਰਟੀਫਿਕੇਟ ਆਫ ਡਿਪੋਜ਼ਿਟ ਆ ਜਾਂਦੇ ਆ। ਲੌਂਗ ਟਰਮ ਦੇ ਵਿੱਚ ਉਹ ਸਿਕਿਉਰਿਟੀਜ਼ ਆਉਂਦੀਆਂ ਜਿਹੜੀਆਂ ਕਿ 1 ਸਾਲ ਤੋਂ ਜ਼ਿਆਦਾ ਟਾਈਮ ਦੇ ਵਿੱਚ ਮੈਚੁਰ ਹੁੰਦੀਆਂ, ਇਟ ਮੀਨਸ ਕਿ ਬੌਂਡਸ ਆ ਜਾਂਦੇ ਆ ਦੇਖੋ, ਠੀਕ ਹੈ। ਇਸ ਤੋਂ ਇਲਾਵਾ ਡਿਵੈਂਚਰਸ ਆ ਜਾਂਦੇ ਆ, ਜਾਂ ਹੋਰ ਵੀ ਕਾਫੀ ਟਾਈਪ ਜਿਹੜੇ ਇੰਸਟਰੂਮੈਂਟ ਆ ਉਹ ਆ ਜਾਂਦੇ ਆ। ਇੱਕ ਹੋਰ ਗੱਲ ਤੁਸੀਂ ਧਿਆਨ ਰੱਖਣੀ ਹੈ, ਜੋ G-SEC ਨੇ ਉਹਨਾਂ ਨੂੰ ਆਪਾਂ ਗਿਲਟ ਐਜਡ ਸਿਕਿਉਰਿਟੀਜ਼ ਵੀ ਕਹਿ ਦਿੰਦੇ, ਦਿਸ ਇਜ਼ ਅ ਇੰਪੋਰਟੈਂਟ ਵਨ। ਐਂਡ ਆਹ ਸਟਾਰ ਪੁਆਇੰਟ ਦੇਖੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਜਿਹੜੀ ਸੈਂਟਰਲ ਬੈਂਕ ਹੁੰਦੀ ਆ ਉਹ ਟ੍ਰੈਜਰੀ ਬਿੱਲ ਵੀ ਇਸ਼ੂ ਕਰਦੀ ਆ ਐਂਡ ਡੇਟਡ ਸਿਕਿਉਰਿਟੀਜ਼ ਵੀ ਇਸ਼ੂ ਕਰਦੀਆਂ ਨੇ, ਲੇਕਿਨ ਜੋ ਸਟੇਟ ਗਵਰਨਮੈਂਟ ਹੁੰਦੀਆਂ ਉਹ ਓਨਲੀ ਡੇਟਡ ਸਿਕਿਉਰਿਟੀਜ਼ ਹੀ ਇਸ਼ੂ ਕਰ ਸਕਦੀਆਂ, ਐਂਡ ਡੇਟਡ ਸਿਕਿਉਰਿਟੀਜ਼ ਨੂੰ ਆਪਾਂ ਜੋ ਸਟੇਟ ਗਵਰਨਮੈਂਟ ਦੁਆਰਾ ਇਸ਼ੂ ਕੀਤੀਆਂ ਜਾਂਦੀਆਂ ਉਹਨਾਂ ਨੂੰ ਸਟੇਟ ਡਿਵੈਲਪਮੈਂਟ ਲੋਨਸ ਵੀ ਕਿਹਾ ਜਾਂਦਾ। ਜਦੋਂ ਆਪਾਂ ਵੇਰੀਅਸ ਇੰਸਟਰੂਮੈਂਟ ਦੀ ਗੱਲ ਕਰਨ, ਦੇਖੋ ਮਾਰਕੀਟਸ ਵਿੱਚ ਦੇਖੋ ਕਿਹੜੇ ਟਾਈਪ ਦੇ ਇੰਸਟਰੂਮੈਂਟ ਹੁੰਦੇ ਆ, ਟ੍ਰੈਜਰੀ ਬਿੱਲ ਆ ਜਾਂਦੇ ਆ, ਸਰਟੀਫਿਕੇਟ ਆਫ ਡਿਪੋਜ਼ਿਟ ਆ ਜਾਂਦੇ ਆ, ਕਮਰਸ਼ੀਅਲ ਪੇਪਰਸ ਆ ਜਾਂਦੇ ਆ, ਮਿਊਚੁਅਲ ਫੰਡਸ ਆ ਜਾਂਦੇ ਆ, ਸ਼ੇਅਰ ਮਾਰਕੀਟ ਦੇ ਦੇਖੋ ਇੰਸਟਰੂਮੈਂਟ ਆ ਜਾਂਦੇ ਲਾਈਕ ਸ਼ੇਅਰਸ ਹੋ ਗਏ, ਜਾਂ ਅਦਰ ਟਾਈਪ ਦੇ ਇੰਸਟਰੂਮੈਂਟ ਜੋ ਸ਼ੇਅਰ ਮਾਰਕੀਟ ਦੇ ਵਿੱਚ ਜਿਹੜੇ ਐਪਲੀਕੇਬਲ ਹੁੰਦੇ ਆ, ਬੌਂਡਸ ਐਂਡ ਡਿਬੈਂਚਰਸ ਆ ਜਾਂਦੇ ਆ, ਐਕਸਚੇਂਜ ਟ੍ਰੇਡਡ ਫੰਡਸ ਆ ਜਾਂਦੇ ਆ। ਜਦੋਂ ਆਪਾਂ ਮਨੀ ਮਾਰਕੀਟ ਦੇ ਦੇਖੋ ਟਾਈਪਸ ਦੀ ਗੱਲ ਕਰਦੇ ਆ ਤਾਂ ਮਨੀ ਮਾਰਕੀਟ ਦੇ ਵਿੱਚ ਦੇਖੋ ਫਸਟ ਆਫ ਆਲ ਹੁੰਦੀ ਹੈ ਕਾਲ ਮਨੀ ਮਾਰਕੀਟ। ਕਾਲ ਮਨੀ ਮਾਰਕੀਟ ਉਹ ਮਾਰਕੀਟ ਹੁੰਦੀ ਹੈ ਜਿਹਦੇ 'ਚ ਸਿਰਫ ਆਪਾਂ ਨੂੰ 1 ਦਿਨ ਦੇ ਲਈ ਜਿਹੜਾ ਪੈਸਾ ਹੁੰਦਾ ਉਹ ਉਧਾਰ ਮਿਲਦਾ। ਦੂਜੇ ਨੰਬਰ ਤੇ ਮਾਰਕੀਟ ਆਏ ਨੇ ਨੋਟਿਸ ਮਨੀ ਮਾਰਕੀਟ। ਨੋਟਿਸ ਮਨੀ ਮਾਰਕੀਟ ਉਹ ਹੁੰਦੀ ਹੈ ਜਿਹਦੇ 'ਚ ਕਿ ਆਪਾਂ ਨੂੰ 2 ਤੋਂ ਲੈ ਕੇ 14 ਦਿਨ ਦੇ ਲਈ ਪੈਸਾ ਜਿਹੜਾ ਹੈਗਾ ਉਧਾਰ ਮਿਲਦਾ। ਤੀਜੀ ਆ ਜਾਂਦੀ ਹੈ ਟਰਮ ਮਨੀ ਮਾਰਕੀਟ। ਟਰਮ ਮਨੀ ਮਾਰਕੀਟ ਉਹ ਮਾਰਕੀਟ ਹੁੰਦੀ ਜਿਹਦੇ ਵਿੱਚ ਕਿ 14 ਦਿਨ ਤੋਂ ਲੈ ਕੇ 365 ਡੇਜ਼ ਦੇ ਲਈ ਜਿਹੜਾ ਪੈਸਾ ਹੁੰਦਾ ਆਪਾਂ ਨੂੰ ਉਹ ਉਧਾਰ ਮਿਲਦਾ। ਨੈਕਸਟ ਗੱਲ ਕਰਦੇ ਜੀ ਆਪਾਂ ਸ਼ੇਅਰਸ ਐਂਡ ਸਟਾਕਸ ਦੀ। ਇਹ ਵਰਡ ਵੀ ਤੁਸੀਂ ਬਹੁਤ ਵਾਰ ਰੋਜ਼ਮਰ੍ਰਾ ਜ਼ਿੰਦਗੀ ਸੁਣਿਆ ਹੀ ਹੋਣਾ। ਸ਼ੇਅਰ ਕੀ ਹੁੰਦਾ? ਦੇਖੋ ਸ਼ੇਅਰ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਿੱਸਾ।
ਇਟ ਮੀਨਸ ਕਿ ਉਹ ਚੀਜ਼ ਜਿਹੜੀ ਕਿ ਆਪਣੀ ਕਿਸੇ ਵੀ ਚੀਜ਼ ਦੇ ਵਿੱਚ ਹਿੱਸੇ ਨੂੰ ਦਰਸਾਉਂਦੀ ਹੈ। ਇਟ ਮੀਨਸ ਕਿ ਜੇ ਆਪਾਂ ਇਕਨੋਮੀ 'ਚ ਦੇਖੀਏ ਤਾਂ ਸ਼ੇਅਰ ਦਾ ਮੀਨਿੰਗ ਕੀ ਹੋਗਾ, ਉਹ ਚੀਜ਼ ਜਿਹੜੀ ਕਿ ਓਨਰਸ਼ਿਪ ਆਫ ਅ ਕੰਪਨੀ ਦਰਸਾਉਂਦੀ ਹੈ। ਇਟ ਮੀਨਸ ਜੇਕਰ ਆਪਾਂ ਕਿਸੇ ਕੰਪਨੀ ਦੇ 100 ਸ਼ੇਅਰ ਖਰੀਦੇ ਆ, ਇਟ ਮੀਨਸ ਕਿ ਕੀ ਹੋ ਗਿਆ, ਆਪਾਂ ਉਸ ਕੰਪਨੀ ਦੇ 100 ਸ਼ੇਅਰ ਦੇ ਕੀ ਹੋ ਗਏ, ਹਿੱਸੇਦਾਰ ਹੋ ਗਏ। ਇਹਨੇ ਕੋਈ ਐਗਜ਼ਾਮਪਲ ਨਾਲ ਸਮਝ ਦੇਖੋ, ਸ਼ੇਅਰ ਦੇ ਥਰੂ ਜੇ ਕੋਈ ਵੀ ਜਿਹੜੀ ਕੰਪਨੀ ਆ ਉਹ ਪੈਸਾ ਕਿਵੇਂ ਰੇਜ਼ ਕਰਦੀ ਹੈ। ਸਪੋਜ਼ ਕਰੋ ਕੋਈ ਵੀ ਕੰਪਨੀ ਜਿਹੜੀ ਹੈਗੀ ਆ ਉਹ 100 ਰੁਪਏ ਰੇਜ਼ ਕਰਨਾ ਚਾਹੁੰਦੀ ਹੈ। ਦੇਖੋ ਇੰਨਾ ਪੈਸਾ ਕਿਸੇ ਕੋਲ ਵੀ ਨਹੀਂ ਹੁੰਦਾ ਕਿ ਉਹ ਸਿਰਫ ਆਪਣੇ ਪੈਸੇ ਦੇ ਦਮ ਤੇ ਹੀ ਬਿਜ਼ਨਸ ਚਲਾਈ ਚੱਲੇ। ਆਪਾਂ ਨੂੰ ਜੇਕਰ ਆਪਣੇ ਆਪ ਨੂੰ ਐਕਸਪੈਂਡ ਕਰਨਾ ਤਾਂ ਆਪਾਂ ਨੂੰ ਜਿਹੜਾ ਪੈਸਾ ਹੁੰਦਾ ਬਾਹਰੋਂ ਉਧਾਰ ਲੈਣਾ ਹੀ ਪੈਂਦਾ ਹੁੰਦਾ। ਜੇਕਰ ਕੋਈ ਕੰਪਨੀ 100 ਰੁਪਏ ਰੇਜ਼ ਕਰਨਾ ਚਾਹੁੰਦੀ ਹੈ ਤਾਂ ਉਹ ਕੀ ਕਰੂਗੀ, ਉਸ ਪੈਸੇ ਦੇ ਲਈ ਜਿਹੜੇ 100 ਸ਼ੇਅਰ ਆ ਉਹ ਮਾਰਕੀਟ ਦੇ ਵਿੱਚ ਰੇਜ਼ ਕਰ ਦੂਗੀ। ਇਟ ਮੀਨਸ ਕਿ ਇੱਕ ਸ਼ੇਅਰ ਦਾ ਪ੍ਰਾਈਸ ਕਿੰਨਾ ਹੋ ਗਿਆ, 1 ਰੁਪਇਆ ਹੋ ਗਿਆ। ਐਂਡ ਇਹਦਾ ਮੀਨਿੰਗ ਕੀ ਹੋਗਾ, ਜਿਹੜਾ ਵੀ ਪਰਸਨ ਉਹ 100 ਸ਼ੇਅਰ ਖਰੀਦੂਗਾ, ਇਟ ਮੀਨਸ ਕਿ ਉਹ 100 ਰੁਪਏ ਦਾ ਭਾਗੀਦਾਰ ਹੋ ਗਿਆ। ਇਹਦਾ ਮੀਨਿੰਗ ਕੀ ਹੋ ਗਿਆ ਕਿ ਇਕਨੋਮੀ ਦੇ ਵਿੱਚ ਕੰਪਨੀ ਦੇ ਵਿੱਚ ਉਸ ਪਰਸਨ ਦੀ 100 ਰੁਪਏ ਦੀ ਹਿੱਸੇਦਾਰੀ ਹੋ ਗਈ। ਜਦੋਂ ਆਪਾਂ ਦੇਖੋ ਸਟਾਕ ਦੀ ਗੱਲ ਕਰਦੇ ਆ, ਜਿਹੜਾ ਸਟਾਕ ਹੁੰਦਾ ਇਹ ਸ਼ੋ ਕਰਦਾ ਹੁੰਦਾ ਓਨਰਸ਼ਿਪ ਆਫ ਵੇਰੀਅਸ ਆਰਗੇਨਾਈਜੇਸ਼ਨਸ। ਇਟ ਮੀਨਸ ਕੀ ਹੈ, ਜਦੋਂ ਆਪਾਂ ਸ਼ੇਅਰ ਦੀ ਗੱਲ ਕਰਦੇ ਹਾਂ, ਸ਼ੇਅਰ ਦਾ ਮੀਨਿੰਗ ਹੁੰਦਾ ਸਪੈਸੀਫਿਕ ਕੋਈ ਇੱਕ ਕੰਪਨੀ। ਜਿਵੇਂ ਸਪੋਜ਼ ਕਰੋ ਕਿਸੇ ਪਰਸਨ ਨੇ ਟਾਟਾ ਕੰਪਨੀ ਦੇ ਸ਼ੇਅਰ ਖਰੀਦ ਲਏ, ਜਾਂ ਕਿਸੇ ਪਰਸਨ ਨੇ ਜੀਓ ਕੰਪਨੀ ਦੇ ਸ਼ੇਅਰ ਖਰੀਦ ਲਏ। ਸਟਾਕ ਦਾ ਮੀਨਿੰਗ ਕੀ ਹੁੰਦਾ, ਕਿਸੇ ਪਰਸਨ ਨੇ ਬਹੁਤ ਸਾਰੀਆਂ ਕੰਪਨੀ ਦੇ ਸ਼ੇਅਰ ਖਰੀਦੇ ਹੋਏ ਆ ਤਾਂ ਉਹ ਪਰਸਨ ਇਹ ਕਹੂਗਾ ਮੇਰੇ ਕੋਲੇ ਵੇਰੀਅਸ ਕੰਪਨੀਜ਼ ਦੇ ਕੀ ਨੇ, ਸਟਾਕਸ ਨੇ। ਦੇਖੋ ਇਸ ਐਗਜ਼ਾਮਪਲ ਦੇ ਥਰੂ ਵੀ ਇਹ ਚੀਜ਼ ਦਰਸਾਈ ਗਈ ਹੈ। ਨੈਕਸਟ ਹੈਗਾ ਜੀ ਕੂਪਨ ਰੇਟ। ਦੇਖੋ ਇਕਨੋਮੀ ਦੇ ਵਿੱਚ ਜਿਹੜਾ ਰੇਟ ਆਫ ਇੰਟਰਸਟ ਹੁੰਦਾ ਉਹਨੂੰ ਆਪਾਂ ਡਿਨੋਟ ਕਰਦੇ ਹੁੰਦੇ ਕੂਪਨ ਰੇਟ ਨਾਲ। ਇਟ ਮੀਨਸ ਕਿ ਕਿਸੇ ਇੰਸਟਰੂਮੈਂਟ ਤੇ ਜੇਕਰ ਤੁਹਾਨੂੰ 10% ਇੰਟਰਸਟ ਮਿਲ ਰਿਹਾ ਤਾਂ ਤੁਸੀਂ ਕਹੋਗੇ ਕਿ ਮੈਨੂੰ 10% ਕੂਪਨ ਰੇਟ ਮਿਲਿਆ। ਬਲੂ ਚਿਪ ਸਟਾਕਸ। ਬਲੂ ਚਿਪ ਸਟਾਕਸ ਦੇਖੋ ਵੈਰੀ ਵੈਲ ਆਰਗੇਨਾਈਜ਼ਡ ਜਿਹੜੀਆਂ ਜਾਂ ਵੈਰੀ ਲਾਰਜ ਕੰਪਨੀਜ਼ ਹੁੰਦੀਆਂ ਜਾਂ ਵੈਰੀ ਟਰਸਟਡ ਕੰਪਨੀਜ਼, ਜਿਵੇਂ ਟਾਟਾ ਕੰਪਨੀ ਹੋ ਗਈ, ਰਿਲਾਇੰਸ ਹੋ ਗਈ, ਉਹਨਾਂ ਦੇ ਜਿਹੜੇ ਸ਼ੇਅਰ ਆ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ, ਬਲੂ ਚਿਪ ਸਟਾਕਸ। ਮਾਈ ਬੋਰ ਦਾ ਦੇਖੋ ਮੀਨਿੰਗ ਕੀ ਹੁੰਦਾ, ਮੁੰਬਈ ਇੰਟਰ ਬੈਂਕ ਆਫਰ ਰੇਟ। ਦਿਸ ਇਜ਼ ਅ really important one। ਇਹ ਕਿਹੜਾ ਰੇਟ ਆਫ ਇੰਟਰਸਟ ਹੁੰਦਾ, which is charged by bank for lending to another bank। ਦੇਖੋ ਸਪੋਜ਼ ਕਰੋ ਪੰਜਾਬ ਐਂਡ ਸਿੰਧ ਬੈਂਕ ਨੂੰ ਸਟੇਟ ਬੈਂਕ ਆਫ ਇੰਡੀਆ ਤੋਂ ਪੈਸੇ ਦੀ ਜ਼ਰੂਰਤ ਪੈ ਗਈ ਤਾਂ ਉਹਨਾਂ ਦੋਨਾਂ ਦੇ ਵਿੱਚ ਜਿਹੜਾ ਵੀ ਦੇਖੋ ਰੇਟ ਆਫ ਇੰਟਰਸਟ ਐਪਲੀਕੇਬਲ ਹੋਊਗਾ that is called ਮਾਈਬੋਰ। ਲਾਈਬੋਰ ਦਾ ਮੀਨਿੰਗ ਕੀ ਹੈ, ਲੰਡਨ ਇੰਟਰ ਬੈਂਕ ਆਫਰ ਰੇਟ। ਇਹ ਦੇਖੋ ਇੰਟਰਨੈਸ਼ਨਲੀ ਦੇਖੋ ਯੂਜ਼ ਕੀਤਾ ਜਾਂਦਾ। ਇਟ ਮੀਨਸ ਕਿ ਜੇਕਰ ਅਮਰੀਕਾ ਦੀ ਬੈਂਕ ਤੇ ਇੰਡੀਅਨ ਬੈਂਕ ਦੇ ਵਿੱਚ ਕੋਈ ਵੀ ਸਿਕਿਉਰਿਟੀਜ਼ ਦਾ ਲੈਣ ਦੇਣ ਹੋ ਰਿਹਾ ਤਾਂ ਉਹ ਕਿਹੜੇ ਰੇਟ ਤੇ ਹੋਊਗਾ, ਲਾਈਬੋਰ ਤੇ ਹੋਊਗਾ। ਦੇਖੋ ਅੱਗੇ ਆਪਾਂ ਟਾਈਪਸ ਆਫ ਸ਼ੇਅਰ ਦੀ ਗੱਲ ਕਰਦੇ ਹਾਂ। ਟਾਈਪਸ ਆਫ ਸ਼ੇਅਰ ਨੂੰ ਜਦੋਂ ਆਪਾਂ ਡਿਵਾਈਡ ਕਰਦੇ ਹਾਂ ਦੇਖੋ ਤਾਂ ਮੇਜਰਲੀ ਦੋ ਟਾਈਪ ਦੇ ਸ਼ੇਅਰ ਮੰਨੇ ਜਾਂਦੇ, ਇਕੁਇਟੀ ਸ਼ੇਅਰ ਐਂਡ ਪ੍ਰੈਫਰੈਂਸ ਸ਼ੇਅਰ। ਵੈਸੇ ਦੇਖੋ ਦੋਨੇ ਟਾਈਪ ਦੇ ਸ਼ੇਅਰ ਦਾ ਮੀਨਿੰਗ ਇਹ ਹੁੰਦਾ ਕਿ ਉਹ ਕੰਪਨੀ ਦੇ ਵਿੱਚ ਓਨਰਸ਼ਿਪ ਨੂੰ ਡਿਨੋਟ ਕਰਦੇ ਆ, ਲੇਕਿਨ ਫਿਰ ਵੀ ਇਹਨਾਂ ਦੋਨਾਂ ਡਿਫਰੈਂਸ ਜਿਹੜਾ ਹੁੰਦਾ ਉਹ ਆਪਾਂ ਸਮਝਦੇ ਹਾਂ। ਇਕੁਇਟੀ ਸ਼ੇਅਰ ਦੇ ਵਿੱਚ ਦੇਖੋ ਜਿਹੜਾ ਤੁਹਾਨੂੰ ਪ੍ਰੋਫਿਟ ਮਿਲਦਾ ਉਹ ਤੁਹਾਨੂੰ ਡਿਪੈਂਡ ਕਰੂਗਾ ਕੰਪਨੀ ਕਿੰਨਾ ਪ੍ਰੋਫਿਟ ਕਮਾ ਰਹੀ ਹੈ, ਠੀਕ ਹੈ। ਲੇਕਿਨ ਪ੍ਰੈਫਰੈਂਸ ਸ਼ੇਅਰ ਦੇ ਵਿੱਚ ਤੁਹਾਨੂੰ ਇੱਕ ਫਿਕਸਡ ਡਿਵੀਡੈਂਡ ਮਿਲੂਗਾ। ਇਟ ਮੀਨਸ ਕੰਪਨੀ ਚਾਹੇ ਲਾਸ ਦੇ ਵਿੱਚ ਹੈ ਚਾਹੇ ਕੰਪਨੀ ਪ੍ਰੋਫਿਟ ਦੇ ਵਿੱਚ ਹੈ, ਤੁਹਾਨੂੰ ਡਿਵੀਡੈਂਡ ਤੁਹਾਡਾ ਮਿਲਣਾ ਹੀ ਮਿਲਣਾ। ਇਹਦਾ ਤੁਹਾਡੇ ਕੰਪਨੀ ਦੇ ਪ੍ਰੋਫਿਟ ਦੇ ਕੋਈ ਵੀ ਜਿਹੜਾ ਹੈਗਾ ਡਿਪੈਂਡ ਨਹੀਂ ਕਰਦਾ। ਸ਼ੇਅਰ ਪ੍ਰਾਈਸ ਦੇਖੋ ਪ੍ਰੈਫਰੈਂਸ ਸ਼ੇਅਰ ਦੇ ਡਿਵੀਡੈਂਡ ਦੇ ਕੋਈ ਵੀ ਇੰਪੈਕਟ ਨਹੀਂ ਹੁੰਦਾ, ਲੇਕਿਨ ਇਕੁਇਟੀ ਸ਼ੇਅਰ ਦੇ ਵਿੱਚ ਦੇਖੋ ਜੇਕਰ ਪ੍ਰਾਈਸ ਸ਼ੇਅਰ ਦਾ ਇਨਕਰੀਜ਼ ਹੁੰਦਾ ਤੁਹਾਨੂੰ ਜ਼ਿਆਦਾ ਪ੍ਰੋਫਿਟ ਮਿਲੂਗਾ, ਜੇਕਰ ਡਿਕਰੀਜ਼ ਹੁੰਦਾ ਤੁਹਾਨੂੰ ਪ੍ਰੋਫਿਟ ਜਿਹੜਾ ਹੋਊਗਾ ਉਹ ਘੱਟ ਮਿਲੂਗਾ। ਐਂਡ ਜਿਹੜੇ ਇਕੁਇਟੀ ਸ਼ੇਅਰਸ ਹੁੰਦੇ ਦੇਖੋ ਇਹਨਾਂ ਨੂੰ ਆਪਾਂ ਸ਼ੇਅਰ ਮਾਰਕੀਟ ਦੇ ਵਿੱਚ ਜਿਹੜਾ ਅੱਗੇ ਟ੍ਰੇਡ ਕਰ ਸਕਦੇ ਹਾਂ, ਲੇਕਿਨ ਜਿਹੜੇ ਫਿਕਸਡ ਡਿਵੀਡੈਂਡ ਵਾਲੇ ਪ੍ਰੈਫਰੈਂਸ ਸ਼ੇਅਰ ਹੁੰਦੇ ਆ ਇਹਨਾਂ ਨੂੰ ਅੱਗੇ ਆਪਾਂ ਸਟਾਕ ਮਾਰਕੀਟ ਦੇ ਵਿੱਚ ਟ੍ਰੇਡ ਨਹੀਂ ਕਰ ਸਕਦੇ, ਠੀਕ ਹੈ। ਇਕੁਇਟੀ ਸ਼ੇਅਰ ਦੇਖੋ ਤੁਹਾਨੂੰ ਵੋਟਿੰਗ ਸ਼ੇਅਰ ਮਿਲਦਾ, ਲੇਕਿਨ ਪ੍ਰੈਫਰੈਂਸ ਦੇ ਵਿੱਚ ਤੁਹਾਨੂੰ ਕੋਈ ਵੋਟਿੰਗ ਰਾਈਟ ਨਹੀਂ ਮਿਲਦਾ। ਜੋ ਇਕੁਇਟੀ ਸ਼ੇਅਰ ਵਾਲੇ ਪਰਸਨ ਹੁੰਦੇ ਨੇ ਉਹ ਮੈਨੇਜਮੈਂਟ ਦਾ ਪਾਰਟ ਹੁੰਦੇ ਆ। ਇਟ ਮੀਨਸ ਕੰਪਨੀ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ, ਕਿਸ ਤਰ੍ਹਾਂ ਕੰਪਨੀ ਦੀ ਪਾਲਿਸੀਜ਼ ਹੋਣੀ ਚਾਹੀਦੀਆਂ, ਲੇਕਿਨ ਪ੍ਰੈਫਰੈਂਸ ਸ਼ੇਅਰ ਦੇ ਇਸ ਤਰ੍ਹਾਂ ਦਾ ਨਹੀਂ ਹੁੰਦਾ। ਜਿਹੜੇ ਦੇਖੋ ਇਕੁਇਟੀ ਸ਼ੇਅਰ ਵਾਲੇ ਪਰਸਨ ਹੁੰਦੇ ਆ ਉਹ ਆਪਾਂ ਕੀ ਕਹਿ ਸਕਦੇ ਹਾਂ ਕਿ ਕੋ ਓਨਰ ਹੁੰਦੇ ਆ, ਠੀਕ ਹੈ ਨਾ। ਲੇਕਿਨ ਪ੍ਰੈਫਰੈਂਸ ਸ਼ੇਅਰ ਦੇ ਵਿੱਚ ਵੀ ਕੋ ਓਨਰ ਹੁੰਦੇ ਆ, ਲੇਕਿਨ ਉਹਨਾਂ ਦਾ ਕੋਈ ਵੀ ਕੰਟਰੋਲ ਜਿਹੜਾ ਹੁੰਦਾ ਉਹ ਕੰਪਨੀ 'ਚ ਨਹੀਂ ਹੁੰਦਾ, ਲੇਕਿਨ ਇਕੁਇਟੀ ਸ਼ੇਅਰ ਦੇ ਵਿੱਚ ਤੁਹਾਨੂੰ ਕੰਟਰੋਲ ਰਾਈਟਸ ਵੀ ਮਿਲਦੇ ਆ। ਨੈਕਸਟ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਟ੍ਰੈਜਰੀ ਬਿਲਸ ਦੀ। ਟ੍ਰੈਜਰੀ ਬਿਲਸ ਦੇਖੋ ਮੋਸਟ ਆਫ ਦਾ ਟਾਈਮ ਨਿਊਜ਼ ਦੇ ਵਿੱਚ ਰਹਿੰਦੇ ਨੇ,
ਟ੍ਰੈਜਰੀ ਬਿੱਲ ਇੱਕ ਦੇਖੋ ਮਨੀ ਮਾਰਕੀਟ ਇੰਸਟਰੂਮੈਂਟ ਹੁੰਦਾ ਜਿਹੜਾ ਕਿ ਗਵਰਨਮੈਂਟ ਦੇ ਦੁਆਰਾ ਸ਼ਾਰਟ ਟਰਮ ਦੇ ਲਈ ਫੰਡਸ ਨੂੰ ਰੇਜ਼ ਕਰਨ ਲਈ ਯੂਜ਼ ਕੀਤਾ ਜਾਂਦਾ ਐਂਡ ਗਵਰਨਮੈਂਟ ਦੇ ਬਿਹਾਫ ਤੇ ਕਿਹਦੇ ਵੱਲੋਂ ਇਸ਼ੂ ਕੀਤਾ ਜਾਂਦਾ, ਰਿਜ਼ਰਵ ਬੈਂਕ ਆਫ ਇੰਡੀਆ ਦੇ ਦੁਆਰਾ। ਇਹ ਦੇਖੋ ਡਿਸਕਾਊਂਟਡ ਸਿਕਿਉਰਿਟੀਜ਼ ਹੁੰਦੀਆਂ। ਡਿਸਕਾਊਂਟਡ ਸਿਕਿਉਰਿਟੀਜ਼ ਦੇ ਕਨਸੈਪਟ ਨੂੰ ਦੇਖੋ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਪੋਜ਼ ਕਰੋ 100 ਕਰੋੜ ਦੇ ਜਿਹੜੇ ਟ੍ਰੈਜਰੀ ਬਿੱਲ ਆ ਉਹ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਆਰਬੀਆਈ ਵੱਲੋਂ ਇਸ਼ੂ ਕੀਤੇ ਜਾਂਦੇ ਆ, ਲੇਕਿਨ ਜਿਹੜਾ ਇਹ ਪਰਸਨ 100 ਕਰੋੜ ਦੇ ਟ੍ਰੈਜਰੀ ਬਿੱਲ ਪਰਚੇਜ਼ ਕਰ ਰਿਹਾ ਉਹਨੂੰ ਪੇ ਕਰਨਾ ਪਊਗਾ ਸਿਰਫ 99 ਕਰੋੜ ਰੁਪਈਆ। ਠੀਕ ਹੈ ਨਾ, 1 ਕਰੋੜ ਰੁਪਈਆ ਉਸ ਪਰਸਨ ਨੂੰ ਘੱਟ ਪੇ ਕਰਨਾ ਪਊਗਾ ਐਂਡ ਲੇਕਿਨ ਜਦੋਂ ਉਹ ਰਿਡੀਮ ਹੋਣਗੇ ਤਾਂ ਉਹ ਜਿਹੜਾ ਪਰਸਨ ਹੋਊਗਾ ਉਹ ਕਿੰਨੇ ਰੁਪਏ ਪ੍ਰਾਪਤ ਕਰੂਗਾ, 100 ਕਰੋੜ ਰੁਪਈਆ। ਇਟ ਮੀਨਸ ਕਿ ਉਹ ਕੀ ਹੋਊਗੀ ਉਹਦੀ ਫੇਸ ਵੈਲਿਊ। ਇਹ ਜਿਹੜੇ ਟ੍ਰੈਜਰੀ ਬਿੱਲ ਹੁੰਦੇ ਆ ਇਹ ਜ਼ੀਰੋ ਕੂਪਨ ਇੰਟਰਸਟ ਦੇ ਮਿਲਦੇ ਹੁੰਦੇ। ਦੇਖੋ ਇੱਥੋਂ ਤੁਹਾਨੂੰ ਆਹ ਟਰਮ ਤੁਹਾਨੂੰ ਹੁਣ ਬਿਲਕੁਲ ਸਮਝ ਆ ਗਈ ਹੋਣੀ ਹੈ। ਜ਼ੀਰੋ ਕੂਪਨ ਦਾ ਮੀਨਿੰਗ ਦੇਖੋ ਕੀ ਹੋਗਾ, ਕੋਈ ਵੀ ਇੰਟਰਸਟ ਤੁਹਾਨੂੰ ਪੇ ਨਹੀਂ ਕੀਤਾ ਜਾਊਗਾ। ਤੁਹਾਨੂੰ ਆਲਰੇਡੀ ਇਹ ਜਿਹੜੀਆਂ ਸਿਕਿਉਰਿਟੀਜ਼ ਆ ਉਹ ਡਿਸਕਾਊਂਟ ਤੇ ਇਸ਼ੂ ਕੀਤੀਆਂ ਜਾਂਦੀਆਂ, ਇਸ ਕਰਕੇ ਇਹਨਾਂ ਉੱਪਰ ਕੋਈ ਵੀ ਜਿਹੜਾ ਕੂਪਨ ਰੇਟ ਆ ਉਹ ਨਹੀਂ ਦਿੱਤਾ ਜਾਂਦਾ। ਦੇਖੋ 4 ਟਾਈਪ ਦੇ ਮੇਜਰਲੀ ਇੰਡੀਆ ਦੇ ਵਿੱਚ ਟ੍ਰੈਜਰੀ ਬਿੱਲ ਪਾਏ ਜਾਂਦੇ ਆ, 14 ਡੇਜ਼, 91 ਡੇਜ਼, 182 ਡੇਜ਼ ਐਂਡ 364 ਡੇਜ਼। ਇਹਨਾਂ ਦੇ ਵਿੱਚੋਂ ਦੇਖੋ ਮੇਜਰਲੀ ਆਹੀ 3 ਯੂਜ਼ ਕੀਤੇ ਜਾਂਦੇ ਆ। ਇਹ ਜਿਹੜੇ ਇੰਸਟਰੂਮੈਂਟ ਹੁੰਦੇ ਦੇਖੋ ਨੈਗੋਸ਼ੀਏਬਲ ਹੁੰਦੇ ਆ ਐਂਡ ਫ੍ਰੀਲੀ ਟ੍ਰੇਡੇਬਲ ਹੁੰਦੇ ਆ, ਫ੍ਰੀਲੀ ਟ੍ਰਾਂਸਫਰੇਬਲ ਹੁੰਦੇ ਆ। ਇਟ ਮੀਨਸ ਕਿ ਕੋਈ ਪਰਸਨ ਜੇਕਰ ਇਹਨਾਂ ਨੂੰ ਖਰੀਦ ਰਿਹਾ ਤਾਂ ਉਹ ਇਹਨਾਂ ਨੂੰ ਅੱਗੇ ਵੀ ਸੇਲ ਕਰ ਸਕਦਾ। ਨੈਕਸਟ ਹੈਗਾ ਜੀ ਬਿਲਸ ਆਫ ਐਕਸਚੇਂਜ। ਦੇਖੋ ਬਿਲ ਆਫ ਐਕਸਚੇਂਜ ਵੀ ਇੱਕ ਸ਼ਾਰਟ ਟਰਮ ਵੇ ਹੁੰਦਾ ਮਨੀ ਰੇਜ਼ ਕਰਨ ਦਾ। ਇਹਨੂੰ ਇੱਕ ਐਗਜ਼ਾਮਪਲ ਦੇ ਥਰੂ ਆਪਾਂ ਸਮਝਦੇ ਹਾਂ। ਸਪੋਜ਼ ਕਰੋ ਕੋਈ ਪਰਸਨ A ਹੈ, A ਪਰਸਨ ਬਾਇਜ਼ ਗੁੱਡਸ ਫਰੋਮ ਸੈਲਰ B, B ਸੈਲਰ ਹੈ ਇੱਥੇ, ਜਿਹੜਾ B ਪਰਸਨ ਆ ਉਹ A ਨੂੰ ਕੀ ਕਰਦਾ ਜੀ, ਚੀਜ਼ਾਂ ਵੇਚਦਾ। A ਪ੍ਰੋਮਿਸ ਕਰਦਾ ਕਿ ਮੈਂ ਤੈਨੂੰ 1 ਮਹੀਨੇ ਬਾਅਦ ਜਿਹੜੀ ਪੈਸੇ ਆ ਉਹ ਪੇ ਕਰੂੰਗਾ। ਠੀਕ ਹੈ ਨਾ, ਤਾਂ ਜਿਹੜਾ B ਹੋਊਗਾ ਉਹ ਉਹਨੂੰ ਰਿਟਰਨ ਦੇ ਵਿੱਚ ਕੀ ਕਰ ਦਿੰਦਾ, ਬਿੱਲ ਆਫ ਐਕਸਚੇਂਜ ਜਿਹੜਾ ਹੈਗਾ ਉਹ ਇਸ਼ੂ ਕਰ ਦਿੰਦਾ ਐਂਡ A ਜਿਹੜਾ ਹੁੰਦਾ ਉਹ ਬਿੱਲ ਆਫ ਐਕਸਚੇਂਜ ਨੂੰ ਐਕਸੈਪਟ ਕਰ ਲੈਂਦਾ। ਲੇਕਿਨ ਇਹਦੀਆਂ ਕੁਝ ਕੰਡੀਸ਼ਨ ਹੁੰਦੀਆਂ। ਦੇਖੋ ਇਹ ਇੱਕ ਰਾਈਟਿੰਗ ਦੇ ਵਿੱਚ ਹੋਣਾ ਚਾਹੀਦਾ, ਇਹਦੇ ਵਿੱਚ ਕੋਈ ਵੀ ਕੰਡੀਸ਼ਨ ਨਹੀਂ ਹੋਣੀ ਚਾਹੀਦੀ, ਇੱਕ ਇਹਦੇ ਵਿੱਚ ਡਰਾਇਰ ਹੋਣਾ ਚਾਹੀਦਾ ਐਂਡ ਇੱਕ ਕੀ ਹੋਣਾ ਚਾਹੀਦਾ, ਡਰਾਈ ਹੋਣਾ ਚਾਹੀਦਾ ਐਂਡ ਦੋਨਾਂ ਦੇ ਉਸ ਉੱਪਰ ਸਿਗਨੇਚਰ ਵੀ ਹੋਣੇ ਚਾਹੀਦੇ ਆ। ਜਿੰਨਾ ਪੈਸਾ ਕਿਸੇ ਪਰਸਨ ਨੂੰ ਪੇ ਕੀਤਾ ਜਾਣਾ ਉਹ ਵੀ ਉੱਥੇ ਲਿਖਿਆ ਜਾਣਾ ਚਾਹੀਦਾ ਐਂਡ ਉੱਥੇ ਡੇਟ ਐਂਡ ਉਹਦੀ ਮੈਚੁਰਿਟੀ ਡੇਟ ਕੀ ਹੈ ਉਹ ਵੀ ਉੱਥੇ ਲਿਖੀ ਹੋਣੀ ਬਹੁਤ ਜ਼ਰੂਰੀ ਹੈ। ਨੈਕਸਟ ਆ ਗਿਆ ਜੀ ਬੌਂਡਸ ਐਂਡ ਡਿਬੈਂਚਰਸ। ਦੇਖੋ ਬੌਂਡ ਐਂਡ ਡਿਬੈਂਚਰ ਇੱਕ ਲੌਂਗ ਟਰਮ ਫਾਈਨੈਂਸਿੰਗ ਇੰਸਟਰੂਮੈਂਟਸ ਹੁੰਦੇ ਆ ਜਿਹੜੇ ਕਿ ਗਵਰਨਮੈਂਟ ਦੇ ਦੁਆਰਾ ਐਂਡ ਕੰਪਨੀ ਦੁਆਰਾ ਪੈਸਾ ਰੇਜ਼ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਆ। ਇਹਨਾਂ ਉੱਪਰ ਫਿਕਸਡ ਇੰਟਰਸਟ ਦਿੱਤਾ ਜਾਂਦਾ, ਫਿਕਸਡ ਟਾਈਮ ਪੀਰੀਅਡ ਦੇ ਲਈ ਜਿਹੜੇ ਇਹ ਸਿਕਿਉਰਿਟੀਜ਼ ਹੁੰਦੀਆਂ ਇਹ ਇਸ਼ੂ ਕੀਤੀਆਂ ਜਾਂਦੀਆਂ। ਜਦੋਂ ਆਪਾਂ ਦੇਖੋ ਬੌਂਡਸ ਦੀ ਗੱਲ ਕਰਦੇ ਹਾਂ ਤਾਂ ਬੌਂਡਸ ਸਿਕਿਉਰ ਹੁੰਦੇ ਆ। ਇਟ ਮੀਨਸ ਜੇਕਰ ਕੋਈ ਵੀ ਕੰਪਨੀ ਪੈਸਾ ਪੇ ਨਹੀਂ ਕਰ ਰਹੀ ਤਾਂ ਉਹ ਜਿਹੜੀਆਂ ਕੰਪਨੀ ਦੀਆਂ ਐਸੈਟਸ ਆ ਉਹਨਾਂ ਨੂੰ ਵੇਚ ਕੇ ਜਿਹੜਾ ਉਹ ਇਨਵੈਸਟਰ ਆ ਉਹਨਾਂ ਨੂੰ ਪੈਸਾ ਪੇ ਕੀਤਾ ਜਾਊਗਾ। ਲੇਕਿਨ ਜਦੋਂ ਆਪਾਂ ਡਿਬੈਂਚਰ ਦੀ ਗੱਲ ਕਰਦੇ ਹਾਂ ਤਾਂ ਡਿਬੈਂਚਰ ਦੇਖੋ ਸਿਕਿਉਰ ਵੀ ਹੋ ਸਕਦਾ ਔਰ ਅਨਸਿਕਿਉਰਡ ਵੀ ਹੋ ਸਕਦਾ। ਇਟ ਮੀਨਸ ਕਿ ਉਹਦੇ ਪਿੱਛੇ ਐਸੈਟਸ ਹੋ ਵੀ ਸਕਦੀਆਂ ਐਂਡ ਉਹਦੇ ਪਿੱਛੇ ਐਸੈਟਸ ਨਹੀਂ ਵੀ ਹੋ ਸਕਦੀਆਂ। ਲੇਕਿਨ ਯੂਜ਼ੂਅਲੀ ਜਿਹੜੇ ਬੌਂਡਸ ਹੁੰਦੇ ਆ ਉਹ ਕੀ ਹੁੰਦੇ ਆ, ਅਨਸਿਕਿਉਰਡ ਹੁੰਦੇ ਆ। ਇਟ ਮੀਨਸ ਕਿ ਉਹਨਾਂ ਦੇ ਉੱਪਰ ਜਿਹੜਾ ਪੈਸਾ ਹੁੰਦਾ ਉਹ ਇਸ਼ੂ ਨਹੀਂ ਕੀਤਾ ਜਾਂਦਾ। ਠੀਕ ਹੈ, ਕੋਈ ਵੀ ਕੋਲੈਟਰਲ ਇਟ ਮੀਨਸ ਕਿ ਉਹਨਾਂ ਦੇ ਉੱਪਰ ਨਹੀਂ ਦਿੱਤੀ ਜਾਂਦੀ। ਹੁਣ ਦੇਖੋ ਜਦੋਂ ਆਪਾਂ ਬੈਂਕਰਪਸੀ ਦੀ ਗੱਲ ਕਰਦੇ ਹਾਂ, ਜਿਵੇਂ ਸਪੋਜ਼ ਕਰੋ ਕੋਈ ਵੀ ਕੰਪਨੀ ਜਿਹਨੇ ਕਿ ਲੋਕਾਂ ਦਾ ਪੈਸਾ ਉਧਾਰ ਲਿਆ ਹੋਇਆ ਸੀ ਲੇਕਿਨ ਉਹ ਕੰਪਨੀ ਬਿਲਕੁਲ ਬੈਂਕਰਪਟ ਹੋ ਚੁੱਕੀ ਆ, ਤਾਂ ਫਸਟ ਕੰਡੀਸ਼ਨ ਦੇ ਵਿੱਚ ਦੇਖੋ ਜਿਹੜੇ ਬੌਂਡਸ ਆ ਉਹਨਾਂ ਨੂੰ ਪੈਸਾ ਪੇ ਕੀਤਾ ਜਾਊਗਾ ਐਂਡ ਉਸ ਤੋਂ ਬਾਅਦ ਜਿਹੜੇ ਡਿਬੈਂਚਰ ਆ ਉਹਨਾਂ ਨੂੰ ਪੈਸਾ ਪੇ ਕੀਤਾ ਜਾਊਗਾ। ਫਸਟਲੀ ਦੇਖੋ ਜਦੋਂ ਡਿਬੈਂਚਰਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹ ਕਨਵਰਟੀਬਲ ਵੀ ਹੋ ਸਕਦੇ ਔਰ ਨਾਨ ਕਨਵਰਟੀਬਲ ਵੀ ਹੋ ਸਕਦੇ ਇਨਟੂ ਸ਼ੇਅਰਸ। ਇਟ ਮੀਨਸ ਕੀ ਹੁੰਦਾ ਕਿ ਕਿਸੇ ਕੰਪਨੀ ਵੱਲੋਂ ਜੇਕਰ ਡਿਬੈਂਚਰ ਇਸ਼ੂ ਕੀਤੇ ਗਏ ਆ ਤਾਂ ਉਹਨਾਂ ਡਿਬੈਂਚਰਸ ਨੂੰ ਉਹ ਕੰਪਨੀ ਸ਼ੇਅਰਸ ਦੇ ਵਿੱਚ ਵੀ ਕਨਵਰਟ ਕਰ ਸਕਦੀ ਹੈ। ਲੇਕਿਨ ਬੌਂਡਸ ਦੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਪ੍ਰੋਵੀਜ਼ਨ ਆ ਉਹ ਆਪਾਂ ਨੂੰ ਅਵੇਲੇਬਲ ਨਹੀਂ ਹੁੰਦੀ। ਨੈਕਸਟ ਦੇਖੋ ਜੀ ਜਿਹੜੇ ਬੌਂਡਸ ਹੁੰਦੇ ਆ ਉਹ ਮੋਸਟਲੀ ਗਵਰਨਮੈਂਟ ਹੋ ਗਏ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੋ ਗਏ ਜਾਂ ਕੰਪਨੀਜ਼ ਹੋ ਗਈਆਂ ਉਹਨਾਂ ਵੱਲੋਂ ਇਸ਼ੂ ਕੀਤੇ ਜਾਂਦੇ ਆ ਐਂਡ ਜਿਹੜੇ ਡਿਬੈਂਚਰਸ ਹੁੰਦੇ ਆ ਉਹ ਯੂਜ਼ਲੀ ਪ੍ਰਾਈਵੇਟ ਕੰਪਨੀਜ਼ ਐਂਡ ਗਵਰਨਮੈਂਟ ਵੱਲੋਂ ਇਸ਼ੂ ਕੀਤੇ ਜਾਂਦੇ ਆ। ਨੈਕਸਟ ਆ ਗਿਆ ਜੀ ਗ੍ਰੀਨ ਬੌਂਡ। ਦੇਖੋ ਗ੍ਰੀਨ ਬੌਂਡ ਉਹ ਬੌਂਡਸ ਹੁੰਦੇ ਆ ਜਿਨ੍ਹਾਂ ਤੋਂ ਰੇਜ਼ ਕੀਤੀ ਹੋਈ ਮਨੀ ਨੂੰ ਗ੍ਰੀਨ ਪ੍ਰੋਜੈਕਟਸ ਇਟ ਮੀਨਸ ਕਿ এনवायरमेंट ਸਸਟੇਨੇਬਲ ਪ੍ਰੋਜੈਕਟਸ ਲਈ ਯੂਜ਼ ਕੀਤਾ ਜਾਂਦਾ
ਇੰਡੀਆ ਦੇ ਵਿੱਚ ਦੇਖੋ ਯੈਸ ਬੈਂਕ ਫਸਟ ਬੈਂਕ ਸੀਗਾ ਜਿਹਨੇ ਕਿ ਇਹ ਜਿਹੜਾ ਇਨਸਟਰੂਮੈਂਟ ਆ ਇਹ ਇਸ਼ੂ ਕੀਤਾ ਸੀ। ਸੋ ਨੈਕਸਟ ਇਨਸਟਰੂਮੈਂਟ ਆ ਗਿਆ ਜੀ ਡੈਰੀਵੇਟਿਵ। ਡੈਰੀਵੇਟਿਵ ਨੂੰ ਦੇਖੋ ਆਪਾਂ ਇਹ ਸਮਝ ਸਕਦੇ ਹਾਂ ਕਿ ਪੰਜਾਬੀ ਦੇ ਵਿੱਚ ਸਾਈ ਵਰਡ ਜਿਹੜਾ ਹੁੰਦਾ ਉਹ ਆਪਾਂ ਕਾਮਨਲੀ ਯੂਜ਼ ਕਰਦੇ ਹਾਂ। ਜਿਵੇਂ ਸਪੋਜ਼ ਕਰੋ ਕਿਸੇ ਪਰਸਨ ਨੇ ਕੋਈ ਚੀਜ਼ ਖਰੀਦਣੀ ਹੈ ਐਂਡ ਉਹ ਉਸ ਪਰਸਨ ਨੂੰ ਉਹ ਚੀਜ਼ ਪਸੰਦ ਆ ਗਈ ਤਾਂ ਉਹਨਾਂ ਸਾਈ ਕਰ ਲਈ ਜਾਂਦੇ ਵੀ ਆਹ ਲੈ ਭਾਈ 100 ਰੁਪਈਆ ਤੇ ਬਾਕੀ ਜਿਹੜੇ ਰੁਪਏ ਹੈਗੇ ਜਦੋਂ ਮੇਰੀ ਫਸਲ ਆਊਗੀ ਮੈਂ ਤੁਹਾਨੂੰ ਉਦੋਂ ਪੇ ਕਰੂੰਗਾ। ਠੀਕ ਹੈ ਜੀ। ਜਿਵੇਂ ਵਿਆਹ ਦੇ ਵਿੱਚ ਆਪਾਂ ਸੋਨੇ ਦੀ ਵੀ ਗੱਲ ਕਰਦੇ ਹਾਂ, ਜਦੋਂ ਵਿਆਹ ਵੱਜ ਜਾਂਦਾ ਤਾਂ ਵਿਆਹ ਭਾਵੇਂ ਸਾਲ ਬਾਅਦ ਹੋਵੇ 6 ਮਹੀਨਿਆਂ ਬਾਅਦ ਹੋਵੇ ਲੇਕਿਨ ਉਹਦਾ ਇੱਕ ਰੇਟ ਪਹਿਲੇ ਤੈਅ ਕਰ ਲਿਆ ਜਾਂਦਾ। ਇਸ ਨੂੰ ਇਕਨੋਮਿਕਸ ਦੀ ਭਾਸ਼ਾ ਦੇ ਵਿੱਚ ਡੈਰੀਵੇਟਿਵ ਕਿਹਾ ਜਾਂਦਾ। ਜਿਹੜੇ ਡੈਰੀਵੇਟਿਵ ਹੁੰਦੇ ਆ ਦੇਖੋ ਇਟ ਡਰਾਈਵਸ ਇਟਸ ਵੈਲਿਊ ਫਰੋਮ ਅੰਡਰਲਾਈਂਗ ਐਸੈਟਸ। ਇਟ ਮੀਨਸ ਕਿ ਆਪਾਂ ਦੇਖੋ 100 ਰੁਪਇਆ ਸਾਈ ਦੇ ਆਉਣੇ ਆ, ਠੀਕ ਹੈ ਜੀ, ਪਰ ਉਹਦੀ ਜਿਹੜੀ ਅੰਡਰਲਾਈਂਗ ਐਸੈਟ ਕੀ ਹੁੰਦੀ ਹੈ ਉਹ ਕਈ ਵਾਰ ਕੋਈ ਕੰਬਾਈਨ ਹੁੰਦੀ ਹੈ ਜਾਂ ਉਹਦੀ ਅੰਡਰਲਾਈਂਗ ਐਸੈਟ ਕੀ ਹੋਊਗੀ, ਕੋਈ ਝੋਨਾ ਵਾਲੀ ਮਸ਼ੀਨ ਹੋ ਸਕਦੀ ਹੈ ਜਿਹਦੀ ਅੰਡਰਲਾਈਂਗ ਐਸੈਟ ਕੀ ਹੋਊਗੀ, ਕੋਈ ਵੀ ਸੋਨੇ ਦਾ ਗਹਿਣਾ ਹੋ ਸਕਦਾ। ਇਹ ਦੋ ਟਾਈਪ ਦੇ ਹੁੰਦੇ ਦੇਖੋ, ਓਵਰ ਦਾ ਕਾਊਂਟਰ ਐਂਡ ਐਕਸਚੇਂਜ ਟ੍ਰੇਡਡ ਡੈਰੀਵੇਟਿਵਸ। ਜਦੋਂ ਆਪਾਂ ਓਵਰ ਦਾ ਕਾਊਂਟਰ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਹੁੰਦਾ, ਕੋਈ ਵੀ ਐਕਸਚੇਂਜ ਜਿਹੜੀ ਹੈਗੀ ਆ ਉਹ ਇਨਵੋਲਵ ਨਹੀਂ ਹੁੰਦੀ। ਐਕਸਚੇਂਜ ਦਾ ਮੀਨਿੰਗ ਜਿਵੇਂ ਕੋਈ ਵੀ ਸਟਾਕ ਮਾਰਕੀਟ, ਇਹਦੇ ਵਿੱਚ ਸਿਰਫ ਦੇਖੋ ਦੋ ਪਾਰਟੀਆਂ ਹੁੰਦੀਆਂ, ਇੱਕ ਬਾਇਰ ਹੁੰਦਾ ਤੇ ਇੱਕ ਕੀ ਹੁੰਦਾ, ਸੈਲਰ ਹੁੰਦਾ। ਕੋਈ ਵੀ ਰੈਗੂਲੇਸ਼ਨਸ ਇਹਦੇ ਵਿੱਚ ਐਪਲੀਕੇਬਲ ਨਹੀਂ ਹੁੰਦੀਆਂ, ਕੋਈ ਵੀ ਮੀਡੀਏਟਰ ਇਹਦੇ ਵਿੱਚ ਨਹੀਂ ਹੁੰਦਾ। ਜਦੋਂ ਆਪਾਂ ਐਕਸਚੇਂਜ ਟ੍ਰੇਡਡ ਡੈਰੀਵੇਟਿਵ ਦੀ ਗੱਲ ਕਰਦੇ ਹਾਂ ਤਾਂ ਇਟ ਮੀਨਸ ਕੀ ਹੁੰਦਾ, ਇਹਦੇ ਵਿੱਚ ਇੱਕ ਐਕਸਚੇਂਜ ਇਨਵੋਲਵ ਹੁੰਦੀ ਹੈ। ਇਟ ਮੀਨਸ ਕਿ ਸਟਾਕ ਐਕਸਚੇਂਜ ਇਨਵੋਲਵ ਹੋਊਗੀ ਤਾਂ ਇਹਦੇ ਵਿੱਚ ਗਵਰਨਮੈਂਟ ਆਫ ਕਿਸੇ ਵੀ ਗਵਰਨਮੈਂਟ ਜਿਹੜੇ ਰੈਗੂਲੇਸ਼ਨਸ ਆ ਉਹ ਵੀ ਕੀ ਹੋਣਗੀਆਂ, ਐਪਲੀਕੇਬਲ ਹੋਣਗੀਆਂ। ਜਦੋਂ ਆਪਾਂ ਨੈਕਸਟ ਓਵਰ ਦਾ ਕਾਊਂਟਰ ਦੀ ਗੱਲ ਕਰਦੇ ਹਾਂ ਤਾਂ ਦੋ ਟਾਈਪ ਦੀ ਹੁੰਦੀ ਆ, ਸਵੈਪ ਮਾਰਕੀਟ ਐਂਡ ਫਾਰਵਰਡ। ਜਿਹੜਾ ਫਾਰਵਰਡ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਕੀ ਹੁੰਦਾ, ਟੂ ਪਾਰਟੀਜ਼ ਐਗਰੀ ਟੂ ਡੂ ਟ੍ਰੇਡ ਐਟ ਸਮ ਫਿਊਚਰ ਡੇਟ ਐਟ ਸਪੈਸੀਫਿਕ ਪ੍ਰਾਈਸ ਐਂਡ ਕੁਆਂਟੀਟੀ। ਇਟ ਮੀਨਸ ਕਿਉਂਕਿ ਦੋ ਪਾਰਟੀਆਂ ਜਿਹੜੀਆਂ ਹੁੰਦੀਆਂ ਉਹ ਆਪਦੇ ਆਪ ਦੇ ਵਿੱਚ ਨੈਗੋਸ਼ੀਏਸ਼ਨ ਕਰ ਲੈਂਦੀਆਂ, ਸੌਦੇ ਕਰ ਲੈਂਦੀਆਂ ਕਿ ਮੈਂ ਇੰਨੇ ਤਰੀਕ ਨੂੰ ਇੰਨੇ ਵਜੇ ਇੰਨੇ ਪੈਸੇ ਦੇ ਕੇ ਤੇਰੇ ਤੋਂ ਆਹ ਸਮਾਨ ਲਊਂਗਾ। ਠੀਕ ਹੈ ਜੀ। ਇਹਦੇ ਵਿੱਚ ਕੋਈ ਵੀ ਮਨੀ ਜਿਹੜੀ ਹੁੰਦੀ ਆ ਉਹ ਐਕਸਚੇਂਜ ਨਹੀਂ ਹੁੰਦੀ। ਇਟ ਮੀਨਸ ਕਿ ਸਿਰਫ ਬੰਦਿਆਂ ਦੇ ਬੋਲਾਂ ਦੇ ਹੀ ਜਿਹੜੀ ਇਹ ਮਾਰਕੀਟ ਆ ਉਹ ਚੱਲਦੀ ਹੈ। ਸਵੈਪ ਵੀ ਦੇਖੋ ਫਾਰਵਰਡ ਮਾਰਕੀਟ ਦੀ ਤਰ੍ਹਾਂ ਹੁੰਦੀ ਹੈ ਲੇਕਿਨ ਇਹਦੇ ਵਿੱਚ ਜਿਹੜਾ ਮੋਸਟ ਆਫ ਦਾ ਟਾਈਮ ਜਿਹੜੀ ਇਨਸਟਰੂਮੈਂਟ ਇਨਕਲੂਡਡ ਹੁੰਦਾ ਉਹ ਕੀ ਹੁੰਦੇ, ਕਰੰਸੀ। ਤੁਸੀਂ ਸੁਣਿਆ ਹੀ ਹੋਣਾ ਕਿ ਇੰਡੀਆ ਜਾਪਾਨ ਨੇ ਸਵੈਪ ਐਗਰੀਮੈਂਟ ਕੀਤਾ। ਇਟ ਮੀਨਸ ਕਿ ਇੰਡੀਆ ਜਾਪਾਨ ਨਾਲ ਐਗਰੀਮੈਂਟ ਕਰ ਲੈਂਦਾ ਜਾਂ ਇੰਡੀਆ ਯੂਐਸ ਨਾਲ ਐਗਰੀਮੈਂਟ ਕਰ ਲੈਂਦਾ ਕਿ ਮੈਂ ਤੈਨੂੰ $1 70 ਰੁਪਏ ਹੀ ਪੇ ਕਰੂੰਗਾ, ਭਾਵੇਂ ਡਾਲਰ ਦਾ ਪ੍ਰਾਈਸ 80 ਹੋ ਜਾਏ, ਭਾਵੇਂ ਡਾਲਰ ਦਾ ਪ੍ਰਾਈਸ 90 ਹੋ ਜਾਏ, ਭਾਵੇਂ ਘਟ ਕੇ ਕਿੰਨਾ ਹੋ ਜਾਏ 60 ਹੋ ਜਾਏ। ਨੈਕਸਟ ਜਦੋਂ ਆਪਾਂ ਗੱਲ ਕਰਦੇ ਹਾਂ ਐਕਸਚੇਂਜ ਟ੍ਰੇਡਡ ਡੈਰੀਵੇਟਿਵ ਦੀ ਤਾਂ ਇਹ ਦੇਖੋ ਦੋ ਟਾਈਪ ਦੇ ਹੁੰਦੇ ਆ, ਫਿਊਚਰ ਡੈਰੀਵੇਟਿਵ ਐਂਡ ਆਪਸ਼ਨ ਡੈਰੀਵੇਟਿਵ। ਫਿਊਚਰ ਦੀ ਜਦੋਂ ਦੇਖੋ ਆਪਾਂ ਗੱਲ ਕਰਦੇ ਹਾਂ ਤਾਂ ਇਟ ਇਜ਼ ਅ ਐਗਰੀਮੈਂਟ ਬਿਟਵੀਨ ਟੂ ਪਾਰਟੀਜ਼ ਟੂ ਬਾਏ ਔਰ ਸੈਲ ਐਨ ਐਸੈਟ ਐਟ ਅ ਸਰਟਨ ਪ੍ਰਾਈਸ ਇਨ ਫਿਊਚਰ। ਦੇਖੋ ਇਹਦੇ ਵਿੱਚ ਕੀ ਹੁੰਦਾ ਗਾ, ਇਹ ਫਾਰਵਰਡ ਮਾਰਕੀਟ ਦੀ ਤਰ੍ਹਾਂ ਹੀ ਹੁੰਦੀ ਹੈ, ਠੀਕ ਹੈ ਜੀ, ਪਰ ਫਰਕ ਇੰਨਾ ਹੁੰਦਾ ਕਿ ਇਹਦੇ ਵਿੱਚ ਕੀ ਹੋ ਜਾਂਦੀ ਹੈ, ਐਕਸਚੇਂਜ ਇਨਵੋਲਵ ਹੋ ਜਾਂਦੀ ਹੈ ਐਂਡ ਫਾਰਵਰਡ ਦੇ ਵਿੱਚ ਕੋਈ ਵੀ ਜਿਹੜੀ ਐਕਸਚੇਂਜ ਆ ਉਹ ਇਨਵੋਲਵ ਨਹੀਂ ਹੁੰਦੀ। ਠੀਕ ਹੈ ਜੀ। ਇਟ ਮੀਨਸ ਕਿ ਇਹਦੇ ਵਿੱਚ ਕੀ ਹੁੰਦਾ ਗਾ, ਰਿਸਕ ਘਟ ਜਾਂਦਾ। ਜਦੋਂ ਆਪਾਂ ਆਪਸ਼ਨ ਦੀ ਗੱਲ ਕਰਦੇ ਹਾਂ, ਆਪਸ਼ਨ ਦੇ ਵਿੱਚ ਕੀ ਹੁੰਦਾ, ਆਪਸ਼ਨ ਡੈਰੀਵੇਟਿਵ ਇਟ ਗਿਵਸ ਅ ਰਾਈਟ ਬਟ ਨਾਟ obligation to buy or sell the underlying asset at a stated date or certain price। ਦੇਖੋ ਇਹਨੂੰ ਐਗਜ਼ਾਮਪਲ ਨਾਲ ਸਮਝਦੇ ਹਾਂ। ਸਪੋਜ਼ ਕਰੋ ਕੰਪਨੀ ਡੀਲ ਕਰਦੀ ਹੈ ਫਾਰਮਰ ਨਾਲ ਕਿ ਮੈਂ ਪੋਟੈਟੋ ਤੇਰੇ 10 ਰੁਪਏ ਦੇ ਹਿਸਾਬ ਨਾਲ ਖਰੀਦੂੰਗੀ। ਠੀਕ ਹੈ ਜੀ। ਜੇਕਰ ਇਨ ਫਿਊਚਰ ਜੇਕਰ ਪ੍ਰਾਈਸ 15 ਰੁਪਏ ਤੇ ਰਾਈਜ਼ ਕਰ ਜਾਂਦਾ ਤਾਂ ਕੰਪਨੀ ਕੀ ਕਰੂਗੀ, ਉਹਨੂੰ ਬਾਏ ਕਰੂਗੀ। ਲੇਕਿਨ ਜੇਕਰ ਪ੍ਰਾਈਸ ਘਟ ਕੇ 5 ਰੁਪਏ ਹੋ ਜਾਂਦਾ ਤਾਂ ਕੰਪਨੀ ਬਾਏ ਨਹੀਂ ਕਰੂਗੀ। ਇਟ ਮੀਨਸ ਕਿ ਕੰਪਨੀ ਦਾ ਪ੍ਰੋਫਿਟ ਦੇਖੋ। ਸੋ ਦੈਟਸ ਆਲ ਫॉर ਟੂਡੇ। ਜੋ ਬਾਕੀ ਕੰਪੋਨੈਂਟਸ ਰਹਿ ਗਏ ਨੇ ਉਹ ਆਪਾਂ ਨੈਕਸਟ ਵੀਡੀਓ ਵਿੱਚ ਕਵਰ ਕਰਾਂਗੇ। ਜੇਕਰ ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚ ਕੋਈ ਵੀ ਡਾਊਟ ਆਇਆ ਤਾਂ ਪਲੀਜ਼ ਕਮੈਂਟ ਦੇ ਵਿੱਚ ਸੈਕਸ਼ਨ ਦੇ ਵਿੱਚ ਕਮੈਂਟ ਰੇਜ਼ ਕਰੋ। ਸੋ ਥੈਂਕ ਯੂ।